ਹੈਲੋ एवरीवन O2 IAS ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਇਕਨੋਮਿਕ ਸਰਵੇ ਦੀ। ਇਸ ਸੀਰੀਜ਼ ਦੇ ਵਿੱਚ ਮੈਂ ਤੁਹਾਨੂੰ ਸਾਰੇ ਇਕਨੋਮਿਕ ਸਰਵੇ ਦੀ ਚੈਪਟਰਸ ਦੀ ਇੱਕ ਸਮਰੀ ਪ੍ਰੋਵਾਈਡ ਕਰਾਂਗਾ ਵਿਦ ਦ ਸਪੈਸ਼ਲ ਰੈਫਰੈਂਸ ਟੂ ਪੰਜਾਬ ਸਿਵਲ ਸਰਵਿਸ एग्जाम प्रीलिम्स एज वेल एज मेंस। देखो इकनॉमिक सर्वे जो है फर्स्ट ऑफ ऑल ਇਹਦਾ डिपार्टमेंट देखो इकनॉमिक एंड स्टैटिस्टिकल ऑर्गेनाइजेशन डिपार्टमेंट ऑफ प्लानिंग गवर्नमेंट ऑफ पंजाब ਇਹਨੂੰ हर साल पब्लिश करता है विद द ओवरऑल इनसाइट्स ऑफ पंजाब गवर्नमेंट्स इनिशिएटिव्स ਜਿਹੜੇ ਕਿ ਸੋਸ਼ੋ ਇਕਨੋਮਿਕ ਚੈਲੰਜਸ ਨੂੰ ਮੀਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕਰਦੇ ਨੇ ਅਲੋਂਗ ਵਿਦ ਦਾ ਕੰਸੋਲੀਡੇਟਡ ਪਿਕਚਰ ਆਫ ਪੰਜਾਬਸ ਫਾਈਨਾਂਸਿਸ ਐਂਡ ਦਾ ਤਿੰਨੋਂ ਸੈਕਟਰਸ ਜਸਟ ਲਾਈਕ ਐਗਰੀਕਲਚਰ, ਇੰਡਸਟਰੀ ਐਂਡ ਸਰਵਿਸਿਸ। ਤਾਂ ਇੱਕ ਹੋਲਿਸਟਿਕ ਡਾਕੂਮੈਂਟ ਹੈ ਜਿਹਦੇ ਵਿੱਚ ਜਿਹੜਾ ਡੇਟਾ ਹੈ ਉਹ ਬਹੁਤ ਆਥੈਂਟਿਕ ਹੈ। ਅਸੀਂ ਉਸੇ ਡੇਟਾ ਨੂੰ ਫਾਈਨਲ ਕੰਸੀਡਰ ਕਰਦੇ ਹਾਂ ਬਿਕੋਜ਼ ਸਰਕਾਰ ਦੇ ਦੁਆਰਾ ਦਿੱਤਾ ਗਿਆ ਡੇਟਾ ਹੈ। ਪਲੱਸ ਸਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਪ੍ਰੀ ਔਰ ਮੇਨਸ ਦੋਨਾਂ ਦੇ ਵਿੱਚ ਇਹਦਾ ਇੰਪੋਰਟੈਂਟ ਰੋਲ ਹੈ। ਮੇਨਸ ਦੇ ਵਿੱਚ ਤਾਂ ਇਹਦਾ ਬਹੁਤ बड़ा रोल है बट प्रीलिम्स ਦੇ ਵਿੱਚ ਵੀ ਬਹੁਤ ਸਾਰੇ ਸਟੈਟਸ ਐਂਡ ਫੈਕਟਸ ਐਸੇ ਨੇ ਜਿਹੜੇ ਕਿ ਅਸੀਂ ਡਾਇਰੈਕਟਲੀ ਸਰਵੇ ਤੋਂ ਐਕਸਟਰੈਕਟ ਕਰ ਸਕਦੇ ਹਾਂ, ਸਪੈਸ਼ਲੀ ਵਿਦ ਦ ਰੈਫਰੈਂਸ ਟੂ ਦਾ ਪੰਜਾਬ ਇਕਨੋਮੀ। ਸੋ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਸੀਰੀਜ਼ ਡਿਜ਼ਾਈਨ ਕੀਤੀ ਹੈ ਐਂਡ ਇਹਦੇ ਵਿੱਚ ਅਸੀਂ ਜਿਹੜੇ ਲੈਕਚਰਸ ਨੇ ਉਹ ਦੋ ਪਾਰਟਸ ਦੇ ਵਿੱਚ ਤੁਹਾਨੂੰ ਦੇਵਾਂਗੇ। ਫਸਟ ਪਾਰਟ ਜਿਹੜਾ ਹੋਏਗਾ ਉਹ ਸਟੈਟਸ ਦਾ ਹੋਏਗਾ, ਆંકੜਿਆਂ ਦਾ ਹੋਏਗਾ, ਡਾਇਰੈਕਟ ਫੈਕਟਸ ਦਾ ਹੋਏਗਾ ਐਂਡ ਸੈਕੰਡ ਪਾਰਟ ਕੁਝ ਚੈਪਟਰ ਐਸੇ ਨੇ ਜਿਹੜੇ ਸਾਡੇ ਮੇਨਸ ਦੇ ਵਿੱਚ ਵੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਤਾਂ ਅਸੀਂ ਉਹਨੂੰ ਮੇਨਸ ਦੇ ਅਕੋਰਡਿੰਗਲੀ ਵੀ ਐਨਾਲਾਈਜ਼ ਕਰਾਂਗੇ ਕਿ ਕੰਪਰੀਹੈਂਸਿਵਲੀ ਕਿਨ ਇਸ਼ੂ ਤੇ ਆਪਾਂ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਇਨ ਦਾ ਪੀਸੀਐਸ ਮੇਨਸ। ਤਾਂ ਦੋਨੋਂ ਚੀਜ਼ਾਂ ਕੰਬਾਈਨ ਹੀ ਚੱਲਣੀਆਂ। ਸੋ ਮੈਂ ਤੁਹਾਨੂੰ ਦੱਸ ਦਾਂਗਾ ਕਿ ਕਿਹੜੀ ਚੀਜ਼ ਕਿਵੇਂ ਆਪਾਂ ਪ੍ਰੀ ਜਾਂ ਮੇਨਸ ਲਈ ਕਰਨੀ ਹੈ। ਅੱਜ ਆਪਾਂ ਚੈਪਟਰ 1 ਦੀ ਗੱਲ ਕਰ ਰਹੇ ਹਾਂ ਵਿਚ ਇਜ਼ ਮੈਕਰੋ ਇਕਨੋਮਿਕ ਓਵਰਵਿਊ। ਤਾਂ ਮੈਕਰੋ ਇਕਨੋਮਿਕ ਓਵਰਵਿਊ ਇੱਕ ਹੈਲੀਕਾਪਟਰ ਵਿਊ ਲੈਣਾ ਪੰਜਾਬ ਦੀ ਇਕਨੋਮੀ ਦਾ, ਸੈਕਟਰਸ ਦਾ ਐਂਡ ਜਨਰਲੀ ਇਸ ਚੈਪਟਰ ਦੇ ਵਿੱਚ ਜਿਹੜੇ ਨੇ ਉਹ ਸਾਰੇ ਸਾਡੇ ਕੋਲ ਸਟੈਟਸ ਨੇ। ਬਹੁਤ ਵਾਰ ਡਾਇਰੈਕਟ ਕੁਐਸਚਨ ਸਟੈਟਸ ਤੇ ਪੁੱਛ ਲਿਆ ਜਾਂਦਾ, ਕੁਝ ਪਰਸੈਂਟੇਜ ਤੇ, ਗਰੋਥ ਤੇ, ਜਾਂ ਕਈ ਵਾਰ ਕੀ ਹੁੰਦਾ ਕਿ ਉਹਨਾਂ ਸਟੈਟਸ ਤੋਂ ਕੁਝ ਐਨਾਲਾਈਜ਼ ਕਰਕੇ यूपीएससी पीपीएससी क्वेश्चन बना लेंदी है। तो दसांगा कि किस तरीके की एनालिसिस आप करनी है। सब तो पहला जो मैक्रो इकनॉमिक ओवरव्यू की गल करते हैं तो पंजाब स्टेट की GDP की गल आती है। तो GDP जी है पिछले 5 साल के 6.06% की ग्रोथ रेट के नाल अगे वधी है। ये आपको सर्वे ने दसिया कि एवरेज 5 साल की जी ग्रोथ है 6.06% रही है। ये तो डायरैक्टली भी पूछा जाने वाला फैक्ट है। सैकेंडली तुम इस ग्राफ के डिटेल देख सकते हो कि किस तरीके पंजाब स्टेट की एंड जो एज एन इंडिया एज एन कंट्री जो ग्रोथ रेट ਚੱਲਿਆ ਉਹ ਕਿਵੇਂ ਚੱਲਿਆ। ਪਹਿਲਾਂ ਤਾਂ ਕਾਫੀ ਬੜਾ ਗੈਪ ਸੀ। ਅਗਰ 2014-15 ਆਨਵਰਡਸ ਦੇਖਦੇ ਹਾਂ ਤਾਂ ਇੰਡੀਆ ਦੀ ਜਿਹੜੀ ਗਰੋਥ ਰੇਟ ਸੀ ਉਹ ਪੰਜਾਬ ਦੀ ਗਰੋਥ ਰੇਟ ਨਾਲੋਂ ਕਾਫੀ ਜ਼ਿਆਦਾ ਚੱਲ ਰਹੀ ਸੀ। ਸਾਡੀ ਜਿਹੜੀ ਨੈਸ਼ਨਲ ਐਵਰੇਜ ਗਰੋਥ ਰੇਟ ਹੈ ਰਾਈਟ ਨਾਓ ਇਹ ਲਾਈਨਸ ਜਿਹੜੀਆਂ ਲਗਭਗ ਮਰਜ ਕਰ ਗਈਆਂ ਐਂਡ ਸਾਡੀ ਜਿਹੜੀ ਨੈਸ਼ਨਲ ਐਵਰੇਜ ਆ ਉਹ ਪੰਜਾਬ ਦੀ ਨੈਸ਼ਨਲ ਐਵਰੇਜ ਤੋਂ ਡਾਊਨਵਰਡ ਜਾ ਰਹੀ ਹੈ। ਇਸ ਸਾਲ ਦੀ ਜਿਹੜੀ ਐਕਸਪੈਕਟੇਸ਼ਨਸ ਹੈ 19-20 ਦੀ ਉਹ ਹੈ ਕਿ 5.3% ਦੀ ਗਰੋਥ ਰੇਟ ਪੰਜਾਬ ਇਕਨੋਮੀ ਦੇਗੀ ਐਂਡ ਜੋ ਇੰਡੀਆ ਨੈਸ਼ਨਲ ਐਵਰੇਜ ਆ ਉਹ 5% ਦੇ ਆਸ-ਪਾਸ ਰਹੇਗਾ। ਇਕਨੋਮੀ ਸ਼ਰਿੰਕ ਕਰ ਰਹੀ ਹੈ ਥੋੜੀ। ਤਾਂ ਇਹ ਗ੍ਰਾਫ ਤੋਂ ਤੁਹਾਨੂੰ ਹੋਰ ਵੀ ਚੀਜ਼ਾਂ ਕਲੀਅਰ ਹੋ ਜਾਂਦੀਆਂ। ਹੁਣ ਅਸੀਂ ਗੱਲ ਕਰਦੇ ਹਾਂ ਸੈਕਟੋਰਲ ਪਰਫਾਰਮੈਂਸ। every economy is divided in 3 sectors. First is agriculture and allied, second is industry and third is services. ਇੱਥੇ ਵੀ ਆਪਾਂ ਥੋੜੇ ਬਹੁਤ ਆંકੜੇ ਹੀ ਦੇਖਣੇ ਆ। ਆંકੜਿਆਂ ਤੋਂ ਦੇਖਣ ਤੋਂ ਪਹਿਲਾਂ ਥੋੜਾ ਈਅਰਸ ਦੇਖ ਲਓ ਕਿ 3 ਸਾਲ ਦੇ ਆંકੜੇ ਜਨਰਲੀ ਸਰਵੇ ਦੇ ਵਿੱਚ ਮਿਲਦੇ ਨੇ। ਇੱਕ ਹੈ 1920 ਜੋ ਕਿ ਕਰੰਟ ਜਿਸ ਸਾਲ ਦਾ ਸਰਵੇ ਹੈ। ਇੱਕ ਉਸ ਤੋਂ ਪਿੱਛੇ ਵਾਲਾ ਹੋਏਗਾ 1819 ਐਂਡ ਦੈਨ 1718। ਇਹਨਾਂ 3 ਸਾਲਾਂ ਦੇ ਆંકੜੇ ਮਿਲਦੇ ਨੇ। ਜਿਹੜੇ 1920 ਦੇ ਆંકੜੇ ਹੁੰਦੇ ਨੇ ਜਦੋਂ ਸਰਵੇ ਪ੍ਰਿੰਟ ਹੁੰਦਾ ਉਦੋਂ ਆંકੜੇ ਐਸਟੀਮੇਟਸ ਹੁੰਦੇ ਨੇ, ਐਡਵਾਂਸਡ ਐਸਟੀਮੇਟਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ। ਜਿਹੜੀਆਂ ਟਰੂ ਪਿਕਚਰਸ ਨੇ, ਟਰੂ ਐਗਜ਼ੈਕਟ ਆંકੜੇ ਨੇ ਉਹ ਸਾਡੇ ਕੋਲ 1718 ਐਂਡ 1819 ਦੇ ਹੋਣੇ ਆ। ਤਾਂ ਇਹਨਾਂ ਦੇ ਇਸ ਕੰਪਲੈਕਸ ਵੈਬ ਦੇ ਵਿੱਚ ਆਪਾਂ ਉਲਝਣਾ ਨਹੀਂ ਹੈ। ਜਿਹੜੀ ਚੀਜ਼ ਇੰਪੋਰਟੈਂਟ ਹੋਏਗੀ ਜਿਵੇਂ ਹੋਏਗੀ ਮੈਂ ਤੁਹਾਨੂੰ ਦੱਸਦਾ ਰਹੇਗਾ। ਇਹ ਆંકੜੇ ਆਪਾਂ ਰੱਟਾ ਨਹੀਂ ਮਾਰਿਆ ਕਰਦੇ, ਜਸਟ ਉਹਨਾਂ ਨੂੰ ਰਿਵਿਊ ਕਰਿਆ ਜਾਂਦਾ। ਕੁਝ ਚੀਜ਼ਾਂ ਆਪਾਂ ਯਾਦ ਰੱਖਣੀਆਂ ਹੁੰਦੀਆਂ, ਬਾਕੀ ਇੱਕ ਓਵਰਆਲ ਐਨਾਲਿਸਿਸ ਕਰਨਾ ਜਿਹਦੇ ਬੇਸਿਸ ਤੇ ਅਸੀਂ ਆਪਣੇ ਕੁਐਸਚਨ ਸੋਲਵ ਕਰ ਸਕਦੇ ਹਾਂ। ਸੈਕਟੋਰਲ ਪਰਫਾਰਮੈਂਸ ਆਪਾਂ ਦੇਖ ਲੈਂਦੇ ਹਾਂ। ਸੈਕਟੋਰਲ ਪਰਫਾਰਮੈਂਸ ਦੇ ਵਿੱਚ ਦੋ ਹੀ ਚੀਜ਼ਾਂ ਦੇਖਣ ਵਾਲੀਆਂ ਕਿ ਇਹ 3 ਸੈਕਟਰ ਨੇ, 3 ਸੈਕਟਰਸ ਆਫ ਪੰਜਾਬ ਇਕਨੋਮੀ। ਇਹਨਾਂ 3 ਸੈਕਟਰਸ ਦੇ ਵਿੱਚ ਕਿਹੜਾ ਸੈਕਟਰ ਕਿੰਨਾ ਕੰਟਰੀਬਿਊਟ ਕਰ ਰਿਹਾ ਸਟੇਟ GDP ਜਾਂ GVA ਦੇ ਵਿੱਚ ਐਂਡ ਉਹਦਾ ਇੰਪਲੋਇਮੈਂਟ ਦਾ ਕਿੰਨਾ ਸ਼ੇਅਰ ਹੈ, ਕਿ ਕਿੰਨੇ ਲੋਕ ਉਹਦੇ ਵਿੱਚ ਇੰਪਲੋਇਡ ਨੇ ਪਰਟੀਕੂਲਰ ਐਕਟੀਵਿਟੀ ਦੇ ਵਿੱਚ ਐਂਡ ਉਹਦਾ ਸਟੇਟ ਦੀ GDP ਦੇ ਵਿੱਚ ਕਿੰਨਾ ਸ਼ੇਅਰ ਹੈ। ਐਗਰੀਕਲਚਰ ਅਲਾਈਡ ਐਕਟੀਵਿਟੀਜ਼ ਦੀ ਅਗਰ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ 26% ਪਾਪੂਲੇਸ਼ਨ ਜਿਹੜੀ ਹੈ ਉਹ ਐਗਰੀਕਲਚਰ ਦੇ ਵਿੱਚ ਇੰਪਲੋਇਡ ਹੈ ਐਂਡ ਐਗਰੀਕਲਚਰ ਜਿਹੜਾ ਕੰਟਰੀਬਿਊਸ਼ਨ ਦਿੰਦਾ GDP ਦੇ ਵਿੱਚ ਉਹ ਸਮਵੇਅਰ ਅਰਾਊਂਡ 28% ਹੈ। ਉੱਪਰ ਨੀਚੇ ਅਗਰ ਪਿਛਲੇ 10 ਸਾਲ ਦੀ ਐਵਰੇਜ ਦੇਖੋਗੇ ਤਾਂ ਉਹ 30 ਤੋਂ 28 ਦੇ ਵਿੱਚ ਹੈ। ਪਹਿਲਾਂ 30 ਹੋਇਆ ਕਰਦਾ ਸੀ, ਰਾਈਟ ਨਾਓ ਉਹ 28 ਹੋ ਗਿਆ।
ਤਾਂ ਇਹੀ ਫਿਗਰ ਤੁਸੀਂ ਯਾਦ ਰੱਖਣੀ ਹੈ। ਐਂਡ ਅਪਰੋਕਸ ਇਹ ਸੇਮ ਚੀਜ਼ ਹੈ ਐਂਡ ਇਹੀ ਇੱਕ ਐਨੋਮੇਲੀ ਹੈ ਜਿਹੜੀ ਅਸੀਂ ਨੈਸ਼ਨਲ ਲੈਵਲ ਤੇ ਦੇਖਦੇ ਹਾਂ। ਪੰਜਾਬ ਦੇ ਵਿੱਚ ਇਹ ਨਹੀਂ ਹੈ ਕਿਉਂਕਿ ਲਗਭਗ ਜਿੰਨਾ ਕੁ ਕੰਟਰੀਬਿਊਸ਼ਨ ਹੈ ਉਨੇ ਹੀ ਲੋਕ ਇਹਦੇ ਵਿੱਚ ਇਨਵੋਲਵ ਨੇ। ਇਹੀ ਚੀਜ਼ ਅਗਰ ਤੁਸੀਂ ਨੈਸ਼ਨਲ ਐਵਰੇਜ ਦੇਖੋਗੇ ਤਾਂ ਲਗਭਗ 45% ਪਾਪੂਲੇਸ਼ਨ ਜਿਹੜੀ ਹੈ ਆਪਣੀ ਇੰਡੀਆ ਦੀ ਓਵਰਆਲ ਨੈਸ਼ਨਲ ਲੈਵਲ ਤੇ ਐਗਰੀਕਲਚਰ ਦੇ ਵਿੱਚ ਇੰਪਲੋਇਡ ਐਂਡ ਜੀਡੀਪੀ ਦੇ ਵਿੱਚ ਨੈਸ਼ਨਲ ਜੀਡੀਪੀ ਦੇ ਵਿੱਚ ਇਹਦਾ ਕੰਟਰੀਬਿਊਸ਼ਨ ਜਿਹੜਾ ਉਹ 16.5% ਹੀ ਹੈ। ਯਾਨੀ ਕਿ ਬਹੁਤ ਜ਼ਿਆਦਾ ਲੋਕ ਇੰਪਲੋਇਡ ਨੇ ਐਂਡ ਉਹਨਾਂ ਦੀ ਜਿਹੜੀ ਆਊਟਪੁੱਟ ਹੈ ਉਹ ਘੱਟ ਹੈ। ਇਹ ਐਨੋਮਲੀ ਪੰਜਾਬ ਦੇ ਵਿੱਚ ਨਹੀਂ ਹੈ ਜਸਟ ਬਿਕੋਜ਼ ਕਿਉਂ ਨਹੀਂ ਹੈ ਇਹ ਮੈਂ ਤੁਹਾਨੂੰ ਦੱਸ ਦਿੰਦਾ। ਦੋ ਇੱਕ ਮੇਨਸ ਜਾਂ ਪ੍ਰੀ ਦੋਨੋਂ ਚੀਜ਼ਾਂ ਦਾ ਆ ਜਾਂਦਾ। ਪੰਜਾਬ ਦਾ ਜਿਹੜਾ ਐਗਰੀਕਲਚਰ ਉਹ ਹਾਈਲੀ ਮੈਕਨਾਈਜ਼ਡ ਹੈ ਤਾਂ ਬਹੁਤ ਘੱਟ ਲੋਕ ਇੱਥੇ ਇੰਪਲੋਏ ਹੋ ਕੇ ਜ਼ਿਆਦਾ ਆਊਟਪੁੱਟ ਦੇ ਰਹੇ ਨੇ। ਪਲੱਸ ਇੱਥੇ ਜਿਹੜੀਆਂ ਲੈਂਡ ਹੋਲਡਿੰਗਸ ਨੇ ਉਹਨਾਂ ਦਾ ਸਾਈਜ਼ ਵੀ ਜ਼ਿਆਦਾ, ਇੱਥੇ ਇਨਪੁੱਟਸ ਵੀ ਚੰਗੀਆਂ ਦਿੱਤੀਆਂ ਜਾਂਦੀਆਂ। ਇੱਥੇ ਹੋਣ ਵਾਲੀ ਜਿੰਨੀਆਂ ਵੀ ਕ੍ਰੌਪਸ ਨੇ ਉਹਨਾਂ ਦੀ ਓਵਰਆਲ ਯੀਲਡ ਵੀ ਜ਼ਿਆਦਾ ਹੈ। ਤਾਂ ਇਹ ਕੁਝ ਕਾਰਨ ਨੇ। ਸੈਕੰਡਲੀ ਜੋ ਪੁਆਇੰਟ ਅਸੀਂ ਕੰਸੀਡਰ ਕਰਨਾ ਉਹ ਹੈ ਇੰਡਸਟਰੀ। ਪੰਜਾਬ ਦੀ ਜਿਹੜੀ ਇੰਡਸਟਰੀਅਲ ਸੈਕਟਰ ਹੈ 33% ਲੋਕ ਇੱਥੇ ਇੰਪਲੋਇਡ ਨੇ ਐਂਡ ਜੀਡੀਪੀ 'ਚ ਓਵਰਆਲ ਕੰਟਰੀਬਿਊਸ਼ਨ ਲਗਭਗ 25% ਹੈ। ਸਰਵਿਸਿਜ਼ ਦੇ ਵਿੱਚ 40% ਪੀਪਲ ਆਰ ਇੰਪਲੋਇਡ ਐਂਡ ਜੋ ਜੀਡੀਪੀ ਦਾ ਕੰਟਰੀਬਿਊਸ਼ਨ ਆ ਉਹ 46% ਆਰ ਦੇਅਰ। ਸਿਮਿਲਰਲੀ ਤੁਸੀਂ ਇਹਨਾਂ ਚੀਜ਼ਾਂ ਨੂੰ ਨੈਸ਼ਨਲ ਐਵਰੇਜ ਨਾਲ ਕੰਪੇਅਰ ਕਰਕੇ ਵੀ ਦੇਖ ਸਕਦੇ ਹੋ। ਦੋ ਇੱਕ ਹੀ ਐਨੋਮਲੀ ਜੋ ਸੀ ਉਹ ਮੈਂ ਤੁਹਾਨੂੰ ਦੱਸਤਾ। ਐਗਰੀਕਲਚਰ ਦੇ ਵਿੱਚ ਪੰਜਾਬ ਦੇ ਸਟੇਟ ਜੋ ਹੈ ਉਹ ਜ਼ਿਆਦਾ ਬੈਟਰ ਹੈ। ਸੈਕੰਡਲੀ ਐਗਰੀਕਲਚਰ ਸੈਕਟਰ ਦੀ ਗੱਲ ਕਰਦੇ ਹਾਂ। ਇੱਕ ਤੋਂ ਇੱਕ ਫੈਕਟ ਹੁੰਦਾ ਕ੍ਰੌਪ ਇੰਟੈਂਸਿਟੀ। ਇੱਕ ਖੇਤ ਦੇ ਵਿੱਚ ਅਸੀਂ ਕਿੰਨੀਆਂ ਲਗਭਗ ਕ੍ਰੌਪਸ ਇੱਕ ਸਾਲ ਤੋਂ ਉਗਾ ਰਹੇ ਹਾਂ ਤਾਂ ਪੰਜਾਬ ਦੀ ਕ੍ਰੌਪ ਇੰਟੈਂਸਿਟੀ ਠੀਕ ਠਾਕ ਹੈ। ਮਲਟੀਪਲ ਕ੍ਰੌਪਸ ਅਸੀਂ ਉੱਥੇ ਪੈਦਾ ਕਰਦੇ ਹਾਂ ਵਿਚ ਇਜ਼ 190% ਅਪਰੋਕਸ ਨਾ। ਇਹ ਆંકੜਾ ਵੀ ਕਈ ਵਾਰ ਪੇਪਰ ਦੇ ਵਿੱਚ ਆਇਆ। ਇੱਕ ਹੋਰ ਐਨਾਲਿਸਿਸ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਰੂਰਲ ਏਰੀਆ ਦੇ ਵਿੱਚ ਹਾਊਸ ਹੋਲਡਸ ਆ ਉਹਨਾਂ ਦੀ ਮੰਥਲੀ ਇਨਕਮ ਸਾਰੇ ਸਟੇਟਸ ਤੋਂ ਹਾਈਐਸਟ ਹੈ। ਕਿੰਨੀ ਹੈ ਉਹਦੀ ਅਸੀਂ ਗੱਲ ਕਰਾਂਗੇ। ਮੈਂ ਕੁਐਸਚਨ ਫਾਰਮੈਟ ਦੇ ਵਿੱਚ ਤੁਹਾਨੂੰ ਫੈਕਟਸ ਦੇਵਾਂਗਾ। ਅਗਰ ਪਰ ਕੈਪੀਟਾ ਇਨਕਮ ਦੀ ਅਸੀਂ ਗੱਲ ਕਰਦੇ ਹਾਂ ਪੰਜਾਬ ਸਟੇਟ ਦੀ ਤਾਂ ਵਿਚ ਇਜ਼ ਅਰਾਊਂਡ 1,65,000। ਐਗਜ਼ੈਕਟ ਆંકੜਾ ਤੁਸੀਂ ਇੱਥੇ ਦੇਖ ਸਕਦੇ ਹੋ 1,66,830। ਤੁਸੀਂ ਮੋਟਾ ਇੰਨਾ ਵੀ ਯਾਦ ਰੱਖ ਲਓਗੇ ਕਿ 1,65,000 ਸਾਡੀ ਪਰ ਕੈਪੀਟਾ ਇਨਕਮ ਹੈ। ਯਾਨੀ ਕਿ ਪੰਜਾਬ ਸਟੇਟ ਦੀ ਜਿਹੜੀ ਜੀਡੀਪੀ ਹੈ ਸਟੇਟ ਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਡਿਵਾਈਡਡ ਬਾਈ ਦਾ ਸਟੇਟਸ ਟੋਟਲ ਪਾਪੂਲੇਸ਼ਨ ਤਾਂ ਲਗਭਗ ਇੰਨਾ ਪੈਂਦਾ ਹੈ। ਅਗਰ ਅਸੀਂ ਸਟੇਟ ਦੀ ਗੱਲ ਨੈਸ਼ਨਲ ਐਵਰੇਜ ਦੀ ਗੱਲ ਕਰਦੇ ਹਾਂ ਤਾਂ ਉਹ 1,35,000 ਹੈ। ਪੰਜਾਬ ਸਟੇਟ ਦੀ ਜਿਹੜੀ ਪਰ ਕੈਪੀਟਾ ਇਨਕਮ ਆ ਉਹ ਨੈਸ਼ਨਲ ਐਵਰੇਜ ਨਾਲੋਂ ਕਿਤੇ ਜ਼ਿਆਦਾ ਹੈ। ਇਸ ਸਾਲ ਦੀ ਗਰੋਥ ਰੇਟ ਉਹ 5.3% ਹੋਣ ਦੀ ਸਾਨੂੰ ਉਮੀਦ ਹੈ। ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਇੱਕ ਪੁਆਇੰਟ ਹੋਰ ਹੈ ਕਿ ਜੋ ਟੌਪ ਨੈਸ਼ਨਲ ਵੈਲਥ ਕੁਇੰਟਾਈਲ ਹੈ ਯਾਨੀ ਕਿ ਟੋਟਲ ਦੇਸ਼ ਦੇ ਵਿੱਚ ਜਿਹੜੇ ਵੈਲਦੀ ਪੀਪਲ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਹਾਈਐਸਟ ਹੈ। 62% ਜਿਹੜੇ ਲੋਕ ਨੇ ਉਹ ਟੌਪ ਨੈਸ਼ਨਲ ਵੈਲਥ ਕੁਇੰਟਾਈਲ ਦੇ ਵਿੱਚ ਪੰਜਾਬੀ ਨੇ। ਐਸਾ ਪੰਜਾਬ ਇਕਨੋਮਿਕ ਸਰਵੇ ਕਲੇਮ ਕਰ ਰਿਹਾ। ਤਾਂ ਇਹ ਆંકੜਾ ਤੁਸੀਂ ਯਾਦ ਰੱਖ ਸਕਦੇ ਹੋ। ਸੈਕੰਡ ਹੈ ਪਾਪੂਲੇਸ਼ਨ ਟ੍ਰੈਂਡਸ। ਦੇਖੋ ਜੋ ਡਿਕੇਡਲ ਗਰੋਥ ਹੁੰਦੀ ਹੈ ਪਾਪੂਲੇਸ਼ਨ ਦੀ ਉਹ ਨੈਸ਼ਨਲ ਐਵਰੇਜ ਪੰਜਾਬ ਦੀ ਐਵਰੇਜ ਨਾਲੋਂ ਜ਼ਿਆਦਾ ਹੈ। ਮੈਜੋਰਿਟੀ ਆਫ ਦਾ ਪੰਜਾਬ ਦੀ ਪਾਪੂਲੇਸ਼ਨ ਤੱਕ ਕੰਟਰਾਸੈਪਟਿਵਸ ਮੈਥਡਸ ਜਿਹੜੇ ਨੇ ਉਹਨਾਂ ਦੀ ਰੀਚ ਹੈ। ਪੰਜਾਬ ਦੇ ਲੋਕਾਂ ਨੂੰ ਅਵੇਅਰਨੈਸ ਵੀ ਹੈ ਤਾਂ ਉਹਨੂੰ ਯੂਜ਼ ਵੀ ਕਰਦੇ ਆ। ਓਵਰਆਲ ਫਰਟੀਲਿਟੀ ਰੇਟ ਕੰਟਰੋਲਡ ਹੈ। ਮੈਟਰ ਆਫ ਫੈਕਟ ਜਿੰਨਾ ਹੋਣਾ ਚਾਹੀਦਾ ਉਹਨਾਂ ਵੀ ਨਹੀਂ ਹੈ, ਘੱਟ ਵੀ ਹੈ। ਲੇਟਰ ਔਨ ਇਹ ਚੀਜ਼ ਅਲਾਰਮਿੰਗ ਸ਼ਾਇਦ ਹੋ ਸਕਦੀ ਹੈ ਲੇਕਿਨ ਰਾਈਟ ਨਾਓ ਨਹੀਂ ਹੈ। ਨੈਸ਼ਨਲ ਐਵਰੇਜ ਅਗਰ 2011 ਸੈਂਸਸ ਦੀ ਆਪਾਂ ਗੱਲ ਕਰਦੇ ਹਾਂ ਤਾਂ 18% ਪਾਪੂਲੇਸ਼ਨ ਗਰੋ ਕਰੀ ਸੀ ਪਿਛਲੇ 10 ਸਾਲ ਦੇ ਵਿੱਚ। ਇਸੇ ਪੀਰੀਅਡ ਦੇ ਵਿੱਚ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਗਰੋਥ ਹੈ ਉਹ ਸਿਰਫ 14% ਰਹੀ ਸੀ। ਸੋ ਇਹ ਨੈਸ਼ਨਲ ਐਵਰੇਜ ਨਾਲੋਂ ਸਾਡਾ ਹਮੇਸ਼ਾ ਹੀ ਗੈਪ ਰਿਹਾ ਥਰੂ ਆਊਟ ਦਾ ਸਾਡੇ ਮੈਕਸਿਮਮ ਈਅਰਸ। ਈਵਨ ਐਮਰਜੈਂਸੀ ਟਾਈਮ ਵਾਲਾ ਡੈਕੇਡ ਸੀ ਉਦੋਂ ਪਾਪੂਲੇਸ਼ਨ ਐਕਸਪਲੋਡ ਕਰ ਰਹੀ ਸੀ। ਉਸ ਟਾਈਮ ਵੀ 1 ਜਾਂ 2% ਦੇ ਗੈਪ ਦੇ ਨਾਲ ਪੰਜਾਬ ਨੀਚੇ ਸੀ। ਰਾਈਟ ਨਾਓ ਕਾਫੀ ਡਿਫਰੈਂਸ ਹੋ ਗਿਆ। ਇੱਕ ਆંકੜਾ ਹੋਰ ਹੁੰਦਾ ਪਾਪੂਲੇਸ਼ਨ ਟ੍ਰੈਂਡ ਦਾ, ਦੈਟ ਇਜ਼ ਟੋਟਲ ਫਰਟੀਲਿਟੀ ਰੇਟ। ਟੋਟਲ ਫਰਟੀਲਿਟੀ ਰੇਟ ਪੰਜਾਬ ਦਾ 1.6 ਹੈ ਵੇਅਰ ਐਜ਼ ਨੈਸ਼ਨਲ ਐਵਰੇਜ ਇਜ਼ 2.2। ਆਈਡਲੀ ਇਹ 2.1 ਹੋਣਾ ਚਾਹੀਦਾ। 2.1 ਇਹਨੂੰ ਰਿਪਲੇਸਮੈਂਟ ਰੇਟ ਕਹਿੰਦੇ ਆ। ਮੈਂ ਤੁਹਾਨੂੰ ਜ਼ਰਾ ਐਕਸਪਲੇਨ ਕਰ ਦਿੰਦਾ। ਫਰਟੀਲਿਟੀ ਰੇਟ ਇਜ਼ TFR ਕਿ ਇੱਕ ਲਾਈਫ ਸਪੈਨ ਦੇ ਵਿੱਚ ਇੱਕ ਵੂਮਨ ਐਵਰੇਜ ਕਿੰਨੇ ਬੱਚੇ ਪੈਦਾ ਕਰ ਰਹੀ ਹੈ ਯਾਨੀ ਕਿ ਥਰੂ ਆਊਟ ਦਾ ਸਟੇਟ ਕਿੰਨੀਆਂ ਵੂਮਨ ਪਾਪੂਲੇਸ਼ਨ ਹੈ ਐਂਡ ਐਵਰੇਜ ਬੱਚੇ ਕਿੰਨੇ ਪੈਦਾ ਹੋ ਰਹੇ ਨੇ ਉਹ ਹੁੰਦਾ ਟੋਟਲ ਫਰਟੀਲਿਟੀ ਰੇਟ। ਲੈਟਸ ਸੇ ਇੱਕ ਵੂਮਨ ਹੈ ਯਾਨੀ ਕਿ ਇੱਕ ਕਪਲ ਹੈ। ਇੱਕ ਕਪਲ ਆਪਣੇ ਆਪ ਨੂੰ ਰਿਪਲੇਸ ਕਰੇਗਾ ਤਾਂ ਉਹ 2 ਬੱਚੇ ਪੈਦਾ ਕਰੇਗਾ। ਇਟ ਮੀਨਸ ਕਿ 2 ਜਾਂ 2.1 ਇਹਨੂੰ ਹਾਈਪੋਥੈਟਿਕਲੀ 2.1 ਅਸੀਂ ਕੰਸੀਡਰ ਕਰਦੇ ਹਾਂ ਤਾਂ 2.1 ਦਾ ਜੋ ਟੋਟਲ ਫਰਟੀਲਿਟੀ ਰੇਟ ਹੈ ਉਹ ਪਾਪੂਲੇਸ਼ਨ ਨੂੰ ਸਟੇਬਲ ਕਰਦਾ ਹੈ। ਸਟੇਬਲ ਮਤਲਬ ਕਿ ਜੋ ਹੁਣ ਲਿਵਿੰਗ ਬੀਇੰਗਸ ਨੇ ਉਹ ਆਪਣੇ ਆਪ ਨੂੰ ਰਿਪਲੇਸ ਕਰਕੇ ਜਾ ਰਹੇ ਨੇ, ਐਕਸਟਰਾ ਪਾਪੂਲੇਸ਼ਨ ਗਰੋਥ ਨਹੀਂ ਹੋਏਗੀ। 2.1 ਮਤਲਬ ਪਾਪੂਲੇਸ਼ਨ ਗਰੋਥ ਸਟੇਬਲ ਹੋ ਗਿਆ, ਸਟੈਗਨੈਂਟ ਹੋ ਗਿਆ, ਨਾ ਵੱਧ ਰਹੀ ਨਾ ਘਟ ਰਹੀ ਹੈ। ਰਾਈਟ। ਤਾਂ ਰਾਈਟ ਨਾਓ ਇੰਡੀਆ ਦੀ ਜਿਹੜੀ ਨੈਸ਼ਨਲ ਐਵਰੇਜ ਆ ਉਹ 2.2 ਹੈ ਯਾਨੀ ਕਿ ਅਸੀਂ ਸਟੇਬਲਾਈਜੇਸ਼ਨ ਦੇ ਬਹੁਤ ਕਲੋਜ਼ ਹਾਂ। ਕੁਝ ਸਟੇਟਸ ਨੇ ਜਿਹੜੇ 3 ਦੇ ਅਰਾਊਂਡ ਨੇ, ਬਿਹਾਰ ਯੂਪੀ ਵਗੈਰਾ। ਕੁਝ ਸਟੇਟਸ ਨੇ ਜਿਹੜੇ 1 ਦੇ ਅਰਾਊਂਡ ਨੇ, ਉਹਨਾਂ 'ਚੋਂ ਪੰਜਾਬ ਵੀ ਇੱਕ ਆਉਂਦਾ ਹੈ। ਔਰ ਸਾਊਥ ਇੰਡੀਅਨ ਸਟੇਟਸ ਲਗਭਗ ਸਾਰੇ ਨੇ।
पंजाब ਦਾ TFR 1.6 है, यानी कि साडी पॉपूलेशन ਜਿਹੜੀ ਹੈ ਲੇਟਰ ਔਨ ਜਾ ਕੇ ਸ਼ਰਿੰਕ ਕਰੇਗੀ, ਵਧੇਗੀ ਨਹੀਂ। ਐਂਡ ਸੈਕੰਡ ਆંકੜਾ ਜੋ ਇੱਥੇ ਹੈ ਉਹ ਹੈਗਾ ਕਿ ਕਿੰਨੀ ਪੋਪੂਲੇਸ਼ਨ ਅਰਬਨ ਏਰੀਆਜ਼ ਦੇ ਵਿੱਚ ਰਿਸਾਈਡ ਕਰਦੀ ਹੈ, तो विच इज़ 37%। ਨੈਸ਼ਨਲ ਐਵਰੇਜ 31% ਹੈ, ਪੰਜਾਬੀ ਜ਼ਿਆਦਾ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਇਹ ਵੀ ਤੁਸੀਂ ਗੱਲ ਯਾਦ ਰੱਖਣੀ ਹੈ, ਰਾਈਟ। ਵਰਕਿੰਗ ਏਜ ਪੋਪੂਲੇਸ਼ਨ ਜੋ ਕਿ 15 ਸਾਲ ਤੋਂ ਲੈ ਕੇ 64 ਈਅਰਸ ਦੀ ਪੋਪੂਲੇਸ਼ਨ ਅਸੀਂ ਵਰਕਿੰਗ ਏਜ ਪੋਪੂਲੇਸ਼ਨ ਕੰਸੀਡਰ ਕਰਦੇ ਹਾਂ। ਐਂਡ ਇਹ ਲੋਕ ਜਿਹੜੇ ਨੇ ਇਹਨਾਂ ਦੀ ਪੋਪੂਲੇਸ਼ਨ ਇਨਕਰੀਜ਼ ਹੋਈ ਹੈ। ਇਹ ਆંકੜਾ ਤੁਸੀਂ ਗ੍ਰਾਫ ਤੇ ਵੀ ਦੇਖ ਸਕਦੇ ਹੋ। ਓਵਰ ਦਾ ਈਅਰਸ ਅਗਰ 1991 ਦੀ ਗੱਲ ਕਰਦੇ ਹਾਂ ਤਾਂ ਵਰਕਿੰਗ ਏਜ ਪੋਪੂਲੇਸ਼ਨ 60% ਸੀ, 2011 ਦੀ ਗੱਲ ਕਰਦੇ ਹਾਂ ਤਾਂ 67 ਸੀ, 2017 ਹੁਣ 71 ਔਰ ਮੈਟਰ ਆਫ ਫੈਕਟ ਲਗਭਗ 72% ਪੋਪੂਲੇਸ਼ਨ ਜਿਹੜੀ ਹੈ ਉਹ ਵਰਕਿੰਗ ਏਜ ਪੋਪੂਲੇਸ਼ਨ ਦੇ ਵਿੱਚ ਆ ਚੁੱਕੀ ਹੈ। 30% ਨੀਚੇ ਉਸ ਤੋਂ ਘੱਟ ਨੇ। ਐਂਡ 15% ਲੋਕ ਨੇ ਜਿਹੜੇ ਅਗਲੇ ਡਿਕੇਡ 'ਚ ਵਰਕਿੰਗ ਏਜ ਤੋਂ ਹਟ ਕੇ ਓਲਡ ਏਜ ਪੋਪੂਲੇਸ਼ਨ ਐਂਟਰ ਕਰਨਗੇ। 7% ਲੋਕ ਹਜੇ ਵੀ ਓਲਡ ਏਜ ਨੇ ਆਪਣੇ ਪੰਜਾਬ ਦੇ ਵਿੱਚ। ਦ ਥਿੰਗ ਇਜ਼ ਕਿ ਇੱਥੇ ਦੋ ਚੈਲੰਜਸ ਨੇ। ਪ੍ਰਾਇਮਰੀ ਚੈਲੰਜ ਕਿ ਵੀ ਹੈਵ ਸੀਨ ਕਿ ਵਰਕਿੰਗ ਏਜ ਪੋਪੂਲੇਸ਼ਨ ਬਹੁਤ ਹੈ, ਯਾਨੀ ਕਿ ਯੂਥ ਪੋਪੂਲੇਸ਼ਨ ਬਹੁਤ ਹੈ। ਵਰਕਿੰਗ ਏਜ ਪੋਪੂਲੇਸ਼ਨ ਦਾ ਇੱਕ ਹੀ ਚੈਲੰਜ ਹੈ ਕਿ ਇਹਨਾਂ ਨੂੰ ਅੱਛੇ ਸਕਿੱਲਸ ਦੇ ਕੇ ਇਹਨਾਂ ਲਈ ਜੌਬਸ ਕ੍ਰੀਏਟ ਕਰਨੀਆਂ, ਇਹ ਇੱਕ ਸਟੇਟ ਦਾ ਚੈਲੰਜ ਹੈ। ਮੇਨਸ ਪੁਆਇੰਟ ਆਫ ਵਿਊ ਪਰਸਪੈਕਟਿਵ ਹੈ, ਇਹਦੇ 'ਤੇ ਅਸੀਂ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਸੈਕੰਡ ਚੈਲੰਜ ਇਹ ਹੈ ਕਿ ਜਿਹੜੀ ਪਾਪੂਲੇਸ਼ਨ ਏਜਡ ਹੋ ਰਹੀ ਹੈ, ਏਜਡ ਪਾਪੂਲੇਸ਼ਨ ਲਈ ਅਸੀਂ ਸੋਸ਼ਲ ਸਿਕਿਉਰਿਟੀ 'ਤੇ ਐਕਸਪੈਂਡੀਚਰ ਕਰਨਾ, ਅਸੀਂ ਹੈਲਥ 'ਤੇ ਐਕਸਪੈਂਡੀਚਰ ਕਰਨਾ, ਅਸੀਂ ਉਹਨਾਂ ਨੂੰ ਪੈਨਸ਼ਨਸ ਪ੍ਰੋਵਾਈਡ ਕਰਨੀਆਂ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਜੋ ਏਜਡ ਪਾਪੂਲੇਸ਼ਨ ਦੀ ਜ਼ਰੂਰਤ ਹੈ। ਤਾਂ ਇਹਨਾਂ ਦੋਨੋਂ ਚੀਜ਼ਾਂ 'ਤੇ ਸਟੇਟ ਨੂੰ ਕੰਮ ਕਰਨਾ ਪੈਂਦਾ। ਇਹ ਸਾਡਾ ਮੇਨ ਦਾ ਆਸਪੈਕਟ ਹੈ। ਨੈਕਸਟ ਪਾਪੂਲੇਸ਼ਨ ਦਾ ਜੋ ਆંકੜਾ ਹੈ ਉਹ ਹੈ ਜੈਂਡਰ ਰੇਸ਼ੋ ਦਾ। ਜੈਂਡਰ ਰੇਸ਼ੋ ਦੇਖੋ, ਪੰਜਾਬ ਪਹਿਲਾਂ ਤਾਂ ਕਾਫੀ ਵਰਸਟ ਪਰਫਾਰਮਰ ਸਟੇਟਸ ਦੇ ਵਿੱਚ ਸੀਗਾ। ਸਟਾਰਟਿੰਗ ਪੰਜਾਬ ਦਾ ਜੈਂਡਰ ਰੇਸ਼ੋ ਕਾਫੀ ਘੱਟ ਸੀ ਅਗਰ ਅੱਜ ਤੋਂ ਅਸੀਂ 10-15 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ, ਲੇਕਿਨ ਇਨ ਦਾ ਮੀਨ ਵਾਈਲ ਇੰਪਰੂਵਮੈਂਟਸ ਕਾਫੀ ਹੋਈ ਹੈ। ਅੱਜ ਅਗਰ ਇੰਪਰੂਵਮੈਂਟ ਦੇ ਬੇਸਿਸ 'ਤੇ ਅਸੀਂ ਟਾਪ ਪਰਫਾਰਮਰ ਸਟੇਟਸ ਦੇਖਦੇ ਹਾਂ ਜਿਨ੍ਹਾਂ ਨੇ ਬੁਰੇ ਹਾਲਾਤਾਂ ਤੋਂ ਅੱਛਾ ਇੰਪਰੂਵ ਕੀਤਾ ਇਸ ਸੈਕਸ ਰੇਸ਼ੀਓ ਨੂੰ, ਤਾਂ ਉਹਦੇ ਵਿੱਚ ਪੰਜਾਬ ਦਾ ਵੀ ਇੱਕ ਨਾਮ ਆਉਂਦਾ, ਇਨਕਲੂਡਿੰਗ ਮਹਾਰਾਸ਼ਟਰ ਐਂਡ ਓਡੀਸ਼ਾ, ਹੈ ਨਾ। ਪਿਛਲੇ 10 ਸਾਲਾਂ ਦੇ ਵਿੱਚ ਅਸੀਂ 886 ਤੇ ਜੈਂਡਰ ਰੇਸ਼ੋ ਲਿਆਂਦਾ, ਪਹਿਲਾਂ 837 ਸੀਗਾ ਵਿਦ ਦ ਵੇਰੀਅਸ ਅਵੇਅਰਨੈਸ ਐਂਡ ਸੋਸ਼ਲ ਕੈਂਪੇਨਸ। ਨੈਸ਼ਨਲ ਐਵਰੇਜ 901 ਹੈ। ਐਂਡ ਕੁਝ ਸਟੇਟਸ ਨੇ ਜਿੱਥੇ ਡਰੈਸਟਿਕਲੀ ਰਿਡਿਊਸ ਕਰ ਰਿਹਾ, ਉਹਨਾਂ ਦਾ ਵੀ ਨੰਬਰ ਇੱਥੇ ਸਾਈਡ 'ਤੇ ਤੁਹਾਨੂੰ ਦਿੱਤਾ ਹੋਇਆ ਜਸਟ ਫॉर ਦ ਕੰਪੈਰੀਜ਼ਨ ਪਰਪਸਿਸ। ਜਸਟ ਲਾਈਕ ਝਾਰਖੰਡ, ਗੁਜਰਾਤ, ਤਾਮਿਲਨਾਡੂ ਹਾਲਾਤ ਠੀਕ ਹੁੰਦੇ ਸੀ, ਹੁਣ ਉੱਥੇ ਡਾਊਨਵਰਡ ਟ੍ਰੈਂਡ ਚੱਲ ਰਿਹਾ। ਪੰਜਾਬ 'ਚ ਇਹ ਅਪਵਰਡ ਟ੍ਰੈਂਡ ਚੱਲ ਰਿਹਾ ਐਂਡ ਪੰਜਾਬ ਇਜ਼ ਵਨ ਅਮੰਗ ਦ ਟਾਪ ਪਰਫਾਰਮਰ ਸਟੇਟਸ। ਨੈਕਸਟ ਹੈ ਮਾਈਗ੍ਰੇਸ਼ਨ ਟ੍ਰੈਂਡਸ ਇਨ ਪੰਜਾਬ। ਮਾਈਗ੍ਰੇਸ਼ਨ ਟ੍ਰੈਂਡਸ ਅਸੀਂ ਦੋਨੋਂ ਚੀਜ਼ਾਂ ਦੇਖਣੀਆਂ ਕਿ ਮਾਈਗ੍ਰੇਸ਼ਨ ਇਨ ਕਿੰਨੀ ਹੋ ਰਹੀ ਹੈ, ਮਾਈਗ੍ਰੇਸ਼ਨ ਆਊਟ ਕਿੰਨੀ ਹੋ ਰਹੀ। ਕਿੰਨੀ ਤੋਂ ਵੀ ਜ਼ਿਆਦਾ ਜਿਹੜੇ ਇਹਦੇ ਰਿਲੇਟਡ ਜਿਹੜੇ ਬੈਸਟ ਵਧੀਆ ਫੈਕਟਸ ਨੇ ਉਹ ਅਸੀਂ ਚੈੱਕ ਕਰਨੇ ਆ। 24 ਹੈ ਅਕਾਰਡਿੰਗ ਟੂ ਦ 2011 ਸੈਂਸਸ 24 ਲੱਖ ਪੀਪਲ ਜਿਹੜੇ ਨੇ ਉਹ ਅਦਰ ਸਟੇਟਸ ਤੋਂ ਪੰਜਾਬ ਦੇ ਵਿੱਚ ਆਉਂਦੇ ਨੇ। ਇਹ ਆંકੜਾ ਹੋਰ ਵੀ ਵਧਿਆ ਹੋਏਗਾ ਐਂਡ ਰੀਸੈਂਟ ਰਿਪੋਰਟ ਸਾਡੇ ਕੋਲ ਹੋਰ ਮਿਲਣੀ ਹੈ ਜਦੋਂ ਕੋਵਿਡ-19 ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿੰਨੇ ਲੋਕ ਸਟੇਟ ਨੂੰ ਛੱਡ ਕੇ ਗਏ ਉਹ ਸ਼੍ਰਮਿਕ ਟ੍ਰੇਨਸ ਦੇ ਉੱਪਰ। 24 ਲੱਖ ਲੋਕ ਮਾਈਗ੍ਰੇਟ ਕਰਕੇ ਪੰਜਾਬ 'ਚ ਆ ਰਹੇ ਨੇ। ਇਟ ਮੀਨਸ ਕਿ ਇਹ ਇੰਡੀਆ 'ਚ ਹੋਣ ਵਾਲੀ ਟੋਟਲ ਮਾਈਗ੍ਰੇਸ਼ਨ ਦਾ 5.3% ਹੈ। ਐਂਡ ਸਭ ਤੋਂ ਪੰਜਾਬ 8th ਲਾਰਜੈਸਟ ਸ਼ੇਅਰ ਕੰਟੇਨ ਕਰਦਾ ਮਾਈਗ੍ਰੈਂਟ ਵਰਕਰਸ ਜਾਂ ਓਵਰਆਲ ਮਾਈਗ੍ਰੈਂਟਸ ਦਾ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਨੇ। ਹੁਣ ਐਸਾ ਨਹੀਂ ਹੈ ਕਿ ਸਿਰਫ ਪੰਜਾਬ 'ਚ ਲੋਕ ਕੰਮ ਕਰਨ ਆਉਂਦੇ ਹੀ ਨਹੀਂ, ਬਹੁਤ ਸਾਰੇ ਪੰਜਾਬੀ ਨੇ ਜਿਨ੍ਹਾਂ ਨੂੰ ਇੱਥੇ ਕੰਮ ਕਰਨਾ ਸੂਟੇਬਲ ਨਹੀਂ ਲੱਗਦਾ ਜਾਂ ਉਹਨਾਂ ਦੀ ਐਸਪਾਇਰੇਸ਼ਨਸ ਮੈਚ ਨਹੀਂ ਕਰਦੀਆਂ। ਸਰਕਾਰ ਉਹਨਾਂ ਨੂੰ ਉਸ ਤਰੀਕੇ ਦਾ ਇਨਵਾਇਰਮੈਂਟ, ਲਿਵਿੰਗ ਸਟਾਈਲ ਪ੍ਰੋਵਾਈਡ ਨਹੀਂ ਕਰ ਸਕਦੀ ਜਿੰਨਾ ਉਹਨਾਂ ਦੀ ਉਮੀਦ ਹੈ, ਤਾਂ ਲੋਕ ਅਬਰੋਡ ਕੰਟਰੀਜ਼ ਮੂਵ ਕਰਦੇ ਨੇ। ਪੰਜਾਬੀ ਜਨਰਲੀ ਕੈਨੇਡਾ, USA, UK ਜਾਇਆ ਕਰਦੇ ਸੀ ਟ੍ਰੈਡੀਸ਼ਨਲੀ ਐਂਡ ਰਾਈਟ ਨਾਓ ਇਹ ਟ੍ਰੈਂਡ ਥੋੜ੍ਹਾ ਜਿਹਾ ਯੂਰੋਪੀਅਨ ਕੰਟਰੀਜ਼, ਸਦਰਨ ਯੂਰੋਪੀਅਨ ਕੰਟਰੀਜ਼, ਇਟਲੀ ਜਾਂ ਸਪੇਨ ਇੱਧਰ ਵੀ ਸ਼ਿਫਟ ਕਰ ਰਿਹਾ। ਇਸ ਤੋਂ ਵੀ ਬੜੀ ਗੱਲ ਕਿ ਜੋ ਪੰਜਾਬੀ ਜਦੋਂ ਫੋਰਨ ਜਾਂਦੇ ਨੇ, ਕੋਈ ਵੀ ਬੰਦਾ ਅਬਰੋਡ ਜਾ ਕੇ ਕੰਮ ਕਰ ਰਿਹਾ ਤਾਂ ਜਨਰਲੀ ਦੇਰ ਇਜ਼ ਐਨ ਟੈਂਡੈਂਸੀ ਕਿ ਉਹ ਆਪਣੇ ਪੈਸੇ ਵਾਪਸ ਘਰ ਭੇਜਦਾ। ਜਦੋਂ ਕੋਈ ਵੀ ਵਰਕਰ ਅਬਰੋਡ ਤੋਂ ਮਨੀ ਸੈਂਡ ਕਰਦਾ ਇਟ ਇਜ਼ ਕਾਲਡ ਰੈਮਿਟੈਂਸਿਸ ਕਿਹਾ ਜਾਂਦਾ। ਐਂਡ ਜਿੰਨੀਆਂ ਵੀ ਰੈਮਿਟੈਂਸਿਸ ਇੰਡੀਆ 'ਚ ਆਈਆਂ ਐਜ਼ ਪਰ ਦ RBI's ਰਿਪੋਰਟ ਆਫ 2016-17 ਪੰਜਾਬ 1.7% ਟੋਟਲ ਰੈਮਿਟੈਂਸਿਸ ਰਿਸੀਵ ਕਰਦਾ ਆਪਣੇ ਦੇਸ਼ ਦੇ ਵਿੱਚ, ਵਿਚ ਇਜ਼ ਮੇਕਿੰਗ ਇਟ 10th ਲਾਰਜੈਸਟ ਸਟੇਟ in getting remittances from abroad, है ना। 1.7% एंड 10वां बड़ा स्टेट है ਜਿਹੜਾ remittances ਲੈਂਦਾ। ਸਭ ਤੋਂ ਬੜੀਆਂ remittances ਕੈਨੇਡਾ, USA ਵਗੈਰਾ ਕੰਟਰੀਜ਼ ਤੋਂ ਆਉਂਦੀਆਂ ਨੇ। ਐਟ ਲਾਸਟ ਇਨ ਦਿਸ ਲੈਕਚਰ ਅਸੀਂ ਇੰਪਲੋਇਮੈਂਟ ਐਂਡ ਅਨਇੰਪਲੋਇਮੈਂਟ ਟ੍ਰੈਂਡਸ ਦੀ ਗੱਲ ਕਰਾਂਗੇ। ਇੰਪਲੋਇਮੈਂਟ ਅਨਇੰਪਲੋਇਮੈਂਟ ਟ੍ਰੈਂਡਸ ਦੇ ਵਿੱਚ ਯੂ ਵਿਲ ਲੁੱਕ ਐਟ ਦਾ ਦੋ ਆંકੜੇ ਅਸੀਂ ਲੋਕ ਦੇਖਦੇ ਹਾਂ। ਪਹਿਲਾ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ਉਹ ਕਿੰਨਾ ਐਂਡ ਵਰਕਰ ਪਾਪੂਲੇਸ਼ਨ ਰੇਸ਼ੀਓ ਕਿੰਨਾ।
ਐਂਡ ਤੀਜਾ ਚਲੋ ਵੀ ਆਲ ਨੋਸ ਕਿ ਅਨਇੰਪਲੋਇਡ ਕਿੰਨੇ ਨੇ। ਪਹਿਲਾ ਹੈਗਾ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ। ਉਹ ਪਹਿਲਾਂ ਆંકੜਾ ਤੁਸੀਂ ਦੇਖ ਸਕਦੇ ਹੋ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਹੁੰਦੇ ਨੇ। ਜਸਟ ਇੱਕ ਵਾਰੀ ਰਿਵਿਊ ਕਰਨਾ, ਕ੍ਰੈਮ ਨਹੀਂ ਕਰਨਾ, ਕਿ ਓਵਰ ਦਾ ਟਾਈਮਸ ਪੰਜਾਬ 'ਚ ਅਗਰ ਇਸ ਪਾਰਟੀਸਿਪੇਸ਼ਨ ਰੇਟ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹ ਇਨਕਰੀਜ਼ ਕਰ ਰਿਹਾ। ਵਰਕਰ ਪਾਪੂਲੇਸ਼ਨ ਰੇਸ਼ੀਓ ਵੀ ਇਨਕਰੀਜ਼ ਕਰ ਰਿਹਾ ਐਂਡ ਇਹ ਨੈਸ਼ਨਲ ਐਵਰੇਜ ਤੋਂ ਸਲਾਈਟਲੀ ਘੱਟ ਹੈ। ਇਹ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ। ਕਿੰਨਾ ਹੈ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਜ਼ਿਆਦਾ ਜ਼ਰੂਰੀ ਹੈ, ਬਟ ਇਹ ਦੇਖਣਾ ਕਿ ਨੈਸ਼ਨਲ ਐਵਰੇਜ ਤੋਂ ਥੋੜ੍ਹਾ ਜਿਹਾ ਘੱਟ ਹੈ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ਐਂਡ ਇਨਕਰੀਜ਼ ਜ਼ਰੂਰ ਕਰ ਰਿਹਾ ਓਵਰ ਦਾ ਟਾਈਮ, ਬੁਰੇ ਹਾਲਾਤ ਨਹੀਂ ਹੋ ਰਹੇ। ਅਨਇੰਪਲੋਇਮੈਂਟ ਰੇਟ ਦੀ ਅਗਰ ਗੱਲ ਕਰਦੇ ਤਾਂ ਅਨਫੋਰਚੂਨੇਟਲੀ ਇਹ ਵੀ ਇਨਕਰੀਜ਼ ਕਰ ਰਿਹਾ ਵਿਚ ਇਜ਼ 7.7% ਔਰ ਇਹ ਨੈਸ਼ਨਲ ਐਵਰੇਜ ਤੋਂ ਜ਼ਿਆਦਾ ਹੈ, ਯਾਨੀ ਕਿ 17-18 ਦੀ ਨੈਸ਼ਨਲ ਐਵਰੇਜ ਤੋਂ ਜ਼ਿਆਦਾ ਹੈ, ਇਹ ਸਰਵੇ ਕਲੇਮ ਕਰਦਾ। ਵਰਕਿੰਗ ਪੋਪੂਲੇਸ਼ਨ ਰੇਸ਼ੀਓ ਉਹ ਹੈ ਕਿ ਇਟ ਇਜ਼ ਡਿਫਾਈਨਡ ਐਜ਼ ਦ ਨੰਬਰ ਆਫ ਪਰਸਨਸ ਇੰਪਲੋਇਡ ਪਰ 1000 ਪਰਸਨਸ, ਯਾਨੀ ਕਿ ਕਿੰਨੇ ਪਰ ਟੋਟਲ 1000 ਦੀ ਪੋਪੂਲੇਸ਼ਨ ਤੇ ਕਿੰਨੇ ਲੋਕ ਇੰਪਲੋਇਡ ਨੇ, ਇਹ ਰੇਸ਼ੀਓ ਨੂੰ ਕਿਹਾ ਜਾਂਦਾ ਵਰਕਰ ਪੋਪੂਲੇਸ਼ਨ ਰੇਸ਼ੀਓ। ਸੈਕੰਡ ਹੈ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਸ਼ੀਓ। ਤਾਂ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਸ਼ੀਓ ਟੋਟਲ ਪੋਪੂਲੇਸ਼ਨ ਜੋ ਵੀ ਸਾਡੀ ਵਰਕਿੰਗ ਏਜ ਪੋਪੂਲੇਸ਼ਨ ਹੈ, ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ 15 ਤੋਂ 64 ਦੇ ਵਿੱਚ ਵਾਲੀ ਜਿਹੜੀ ਪੋਪੂਲੇਸ਼ਨ ਆ, ਉਹਦੇ ਵਿੱਚ ਕਿੰਨੇ ਲੋਕ ਨੇ ਜੋ ਕਰੰਟਲੀ ਇੰਪਲੋਇਡ ਨੇ ਜਾਂ ਇੰਪਲੋਇਮੈਂਟ ਸੀਕ ਕਰ ਰਹੇ ਨੇ, ਇਹਨੂੰ ਇੱਕ ਤਰੀਕੇ ਨਾਲ ਕੈਲਕੂਲੇਟ ਕਰਕੇ ਅਸੀਂ ਦਿਖਾਉਂਦੇ ਹਾਂ। ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ਇਹਨੂੰ ਐਜ਼ ਅ ਪਰਸੈਂਟੇਜ ਦਿਖਾਇਆ ਜਾਂਦਾ ਕਿ ਟੋਟਲ ਪੋਪੂਲੇਸ਼ਨ 'ਚੋਂ ਕਿੰਨੇ ਲੋਕ ਇੰਪਲੋਇਡ ਨੇ ਜਾਂ ਇੰਪਲੋਇਮੈਂਟ ਲੱਭ ਰਹੇ ਨੇ। ਸੋ ਇਹ ਇੱਕ ਆંકੜਾ ਹੈ। ਇਹਨੂੰ ਰੂਰਲ ਅਰਬਨ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ਰੂਰਲ ਏਰੀਆਜ਼ ਦਾ ਜੋ ਹੈ ਉਹ ਵੀ ਇਨਕਰੀਜ਼ ਕਰ ਰਿਹਾ ਸਲੋਲੀ, ਈਵਨ ਨੀਅਰ ਕਲੋਜ਼ ਟੂ ਦਾ ਅਰਬਨ ਵਨਸ, ਬਟ ਅਰਬਨ ਤੇ ਰੂਰਲ ਦੇ ਵਿੱਚ ਥੋੜਾ ਜਿਹਾ ਗੈਪ ਹੈ। ਅਰਬਨ ਘੱਟ ਜ਼ਿਆਦਾ ਹੈ, ਰੂਰਲ ਘੱਟ ਹੈ। ਇਸ ਤੋਂ ਬਾਅਦ ਪੰਜਾਬ ਵਰਕਫੋਰਸ ਦਾ ਜੋ ਟ੍ਰੈਂਡ ਹੈ ਉਹ ਨੈਸ਼ਨਲ ਟ੍ਰੈਂਡਸ ਨਾਲੋਂ ਥੋੜਾ ਜਿਹਾ ਡਿਫਰੈਂਟ ਹੈ। ਸਭ ਤੋਂ ਬੜਾ ਚੇਂਜ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਐਗਰੀਕਲਚਰ ਦੇ ਏਰੀਆਜ਼ ਦੇ ਵਿੱਚ ਹੈ। ਪੰਜਾਬ 'ਚ ਐਗਰੀਕਲਚਰ ਪਾਪੂਲੇਸ਼ਨ ਜਿਹੜੀ ਐਗਰੀਕਲਚਰ ਤੇ ਕੰਮ ਕਰਨ ਵਾਲੀ ਪਾਪੂਲੇਸ਼ਨ ਹੈ ਉਹ ਘੱਟ ਹੈ ਇਨ ਕੰਪੈਰੀਜ਼ਨ ਟੂ ਨੈਸ਼ਨਲ ਐਵਰੇਜ। ਇਹੀ ਕਾਰਨ ਹੈ ਕਿ ਪੰਜਾਬ ਦਾ ਐਗਰੀਕਲਚਰ ਦੀ ਜਿਹੜੀ ਓਵਰਆਲ ਪਰ ਕੈਪੀਟਾ ਆਊਟਪੁੱਟ ਆ ਉਹ ਨੈਸ਼ਨਲੀ ਬੈਟਰ ਹੈ। ਪੰਜਾਬ 'ਚ ਮੈਨੂਫੈਕਚਰਿੰਗ ਦੀ ਵੀ ਪਾਪੂਲੇਸ਼ਨ ਜਿਹੜੀ ਆ ਉਹ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਹੈ। ਬਾਕੀ ਚੀਜ਼ਾਂ 'ਚ ਇੰਨੀ ਬੜੀ ਐਨੋਮਲੀ ਹੈ ਨਹੀਂ ਹੈ। ਇਹ ਦੋ ਪੁਆਇੰਟਸ ਨੇ ਜਿੱਥੇ ਅਸੀਂ ਕਾਫੀ ਹਾਈਲਾਈਟਿੰਗ ਰਿਕਾਰਡਸ ਦਿਖਾਏ ਹੋਏ ਨੇ। ਐਂਡ ਨੌਨ ਐਗਰੀਕਲਚਰਲ ਇੰਪਲੋਇਮੈਂਟ ਦੀ ਅਗਰ ਗੱਲ ਕਰਦੇ ਹਾਂ ਤਾਂ 53% ਜਿਹੜੀ ਪੰਜਾਬ ਦੀ ਵਰਕਫੋਰਸ ਹੈ ਉਹ ਇਨਫਾਰਮਲ, ਯਾਨੀ ਕਿ ਐਸੀ ਕੰਪਨੀਜ਼ ਜੋ ਰਜਿਸਟਰਡ ਨਹੀਂ ਹੈ, ਇਨਫਾਰਮਲ ਕੰਪਨੀਜ਼ ਫੈਕਟਰੀਜ਼ ਦੇ ਵਿੱਚ ਕੰਮ ਕਰਦੀ ਹੈ। ਇਹ ਵੀ ਆંકੜਾ ਤੁਸੀਂ ਦੇਖ ਸਕਦੇ ਹੋ ਕੰਪੈਰੀਜ਼ਨ ਕਰਕੇ ਅਦਰ ਸਟੇਟਸ ਦੇ ਨਾਲ, ਤਾਂ ਸਮਵੇਅਰ ਇਨ ਬਿਟਵੀਨ ਪੈਂਦਾ। ਕਰਨਾਟਕਾ ਸਭ ਤੋਂ ਜ਼ਿਆਦਾ ਹੈ ਐਂਡ ਹਰਿਆਣਾ ਜਿਹੜਾ ਹੈ ਬਾਰਡਰਿੰਗ ਸਟੇਟ ਹੈ ਉੱਥੇ 47% ਹੈ। ਪੰਜਾਬ ਦੇ ਵਿੱਚ 53.1% ਹੈ। ਇਫ ਯੂ ਆਰ ਰਾਈਟਿੰਗ ਐਸੇ ਔਨ ਦੀਸ ਕਾਈਂਡ ਆਫ ਇੰਪਲੋਇਮੈਂਟ ਸਟ੍ਰੈਟਜੀਜ਼ ਤਾਂ ਇਸ ਤਰੀਕੇ ਦੇ ਜਿਹੜੇ ਫੈਕਟ ਨੇ ਉੱਥੇ ਵੀ ਅਸੀਂ ਮੈਂਸ਼ਨ ਕਰ ਸਕਦੇ ਹਾਂ। ਐਂਡ ਪ੍ਰੀਲਿਮਸ ਦੇ ਵਿੱਚ ਵੀ ਕਈ ਵਾਰੀ ਡਾਇਰੈਕਟ ਇਹ ਫੈਕਟ ਪੁੱਛ ਲਏ ਜਾਂਦੇ ਨੇ, ਤਾਂ ਉਹਦੇ ਲਈ ਇਹ ਬੈਟਰ ਹੈ। ਸੋ ਅੱਜ ਵਾਲੇ ਜੋ ਚੈਪਟਰ ਸੀਗਾ ਉਹਦੇ ਵਿੱਚ ਸਿਰਫ ਅਸੀਂ ਆંકੜਿਆਂ ਦੀ ਗੱਲ ਕੀਤੀ ਕਿਉਂਕਿ ਮੈਜੋਰਿਟੀ ਇਹਦੇ ਵਿੱਚ ਕੋਈ ਐਨਾਲਿਸਿਸ ਸੀ ਨਹੀਂ। ਬਾਕੀ ਜਿਹੜੇ ਵੀ ਫਰਦਰ ਨੇ ਜਸਟ ਲਾਈਕ ਸੈਕਟਰਸ ਨੇ, ਐਗਰੀਕਲਚਰ ਹੈ, ਸਰਵਿਸਿਜ਼ ਹੈ, ਇੰਡਸਟਰੀ ਆ, ਉਹਨੂੰ ਅਸੀਂ ਡਿਟੇਲ ਐਨਾਲਾਈਜ਼ ਕਰਾਂਗੇ ਆਉਣ ਵਾਲੇ ਲੈਕਚਰਸ ਦੇ ਵਿੱਚ, ਜਾਂ ਜਿੰਨੇ ਵੀ ਸਰਵੇ ਦੇ ਚੈਪਟਰ ਨੇ ਉਹਨਾਂ ਦੀ ਸਮਰੀ ਪ੍ਰੀ ਪਲੱਸ ਮੇਨਸ ਦੋਨੋਂ ਪ੍ਰੋਵਾਈਡ ਕਰਾਂਗਾ। ਸੋ ਸਟੇ ਟਿਊਨਡ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।